ਅੱਲਾ ਸ਼ਾਮ ਕਹਾ ਸਿਤੰਬਰ ਸੁਆਮੀ, ਸਚ ਮਹ ਆਛਾ ਸਾਚ ਰਹੇ। ਸਭ ਕੋ ਸਚ ਸਮਾਵੈ, ਸ਼ਾਮ ਕਹੇ ਸਿਤੰਬਰ ਸੁਆਮੀ, ਸਚ ਮੈਂ ਆਛਾ ਸਾਚ ਰਹੇ। ਸਭ ਕੋ ਸਚ ਸਮਾਵੈ। ਗੁਰੂ ਸਵਾਰੀ ਸੰਗਤ ਜੀਓ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਚਨਾ ਸ਼੍ਰੀ ਆਸਾ ਜੀ ਦੀ ਵਾਰ, ਉਸ ਦੀ ਇਹ ਪਾਵਨ 13ਵੀਂ ਪੌੜੀ। 2 ਸ਼ਲੋਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੇ। ਪਹਿਲਾ ਸ਼ਲੋਕ ਆਰੰਭਕ ਸ਼ਲੋਕ, ਨਾਨਕ ਮੇਰ ਸਰੀਰ ਕਾ ਇਕ ਰਥ ਵਾਹੋ। ਪਾਵਨ ਸ਼ਲੋਕ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਿਛਲੇ ਰੋਜ਼ ਸੰਪੂਰਨ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖੀ ਸੁਭਾਅ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਜੀਵਨ ਦਾ ਮਨੋਰਥ ਧਰਮ ਹੋਵੇ, ਨਿਸ਼ਾਨਾ ਧਰਮ ਹੋਵੇ, ਕਿ ਧਰਮ ਹੀ ਜ਼ਿੰਦਗੀ ਦਾ ਉਦੇਸ਼ ਹੈ, ਤਾਂ ਉਸ ਦੀ ਜਿਹੜੀ ਪ੍ਰਾਪਤੀ ਹੈ ਨਾ, ਉਹ ਫਿਰ ਸੰਤੋਖ ਹੋਵੇਗੀ। ਤੇ ਜਿਉਂ-ਜਿਉਂ ਜ਼ਿੰਦਗੀ ਦੇ ਜੀਵਨ ਦੇ ਮਨੋਰਥ ਬਦਲਦੇ ਜਾਂਦੇ ਹਨ, ਤੇ ਤਿਉਂ-ਤਿਉਂ ਉਹਨਾਂ ਦਾ ਜਿਹੜਾ ਪ੍ਰਾਪਤੀ ਦਾ ਸਾਧਨ ਹੈ, ਉਸ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ। ਹਰੇਕ ਯੁੱਗ ਦੇ ਵਿੱਚ, ਹਰੇਕ ਸਮੇਂ ਦੇ ਵਿੱਚ ਉਦੇਸ਼ ਅਲੱਗ ਸਨ, ਟੀਚੇ ਅਲੱਗ ਸਨ, ਤੇ ਪ੍ਰਾਪਤੀ ਦੇ ਸਾਧਨ ਵੀ ਅਲੱਗ। ਅਸਲ ਦੇ ਵਿੱਚ ਸਾਡਾ ਸਮੁੱਚੀ ਮਨੁੱਖਤਾ ਦਾ ਇੱਕ ਸੁਭਾਅ ਹੈ ਕਿ ਅਸੀਂ ਪ੍ਰਮਾਤਮਾ ਵਰਗੇ ਨਹੀਂ ਹੋਣਾ ਚਾਹੁੰਦੇ, ਸਗੋਂ ਪ੍ਰਮਾਤਮਾ ਨੂੰ ਆਪਣੇ ਵਰਗਾ ਕਰਨਾ ਚਾਹੁੰਦੇ ਹਾਂ। ਕਬੀਰ ਸਾਹਿਬ ਜੀ ਸਮਝਾਉਂਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਹਰ ਜਨ ਐਸਾ ਚਾਹੀਐ ਜੈਸੇ ਹਰਿ ਹੀ ਹੋਏ। ਕਿ ਹਰੀ ਪ੍ਰਮਾਤਮਾ ਦਾ ਸੇਵਕ ਤਾਂ ਉਵੇਂ ਦਾ ਚਾਹੀਦਾ ਜਿਵੇਂ ਪ੍ਰਮਾਤਮਾ ਹੈ ਜੀ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਪ੍ਰਮਾਤਮਾ ਜੀ ਨੂੰ ਆਪਣਾ ਵਰਗਾ ਕਰ ਲੈਂਦੇ ਹਾਂ, ਜਾਂ ਸਮਝਦੇ ਹਾਂ ਕਿ ਪ੍ਰਮਾਤਮਾ ਸਾਡੇ ਵਰਗਾ ਹੋਵੇ। ਜਿਵੇਂ ਪਦਾਰਥਾਂ ਦੀ ਚਾਹਤ ਸਾਡੇ ਅੰਦਰ, ਪ੍ਰਮਾਤਮਾ ਜੀ ਵੀ ਉਸੇ ਹੀ ਪ੍ਰਕਾਰ ਦੇ ਹੋਵਨ, ਸਾਡੀਆਂ ਲੋੜਾਂ, ਸਾਡੀਆਂ ਜ਼ਰੂਰਤਾਂ ਆਦਿਕ ਨੂੰ ਪੂਰੀਆਂ ਕਰਦੇ ਹੋਵਨ। ਨਿਤ ਨਵੀਂ ਮੰਗ, ਨਵੇਂ ਸੂਰਜ ਦੇ ਨਾਲ ਨਵੀਂ ਚਾਹਤ, ਤੇ ਪ੍ਰਮਾਤਮਾ ਵੀ ਉਸੇ ਹੀ ਪ੍ਰਕਾਰ ਦਾ ਜੀ। ਯੁੱਗਾਂ ਦਾ ਫਰਕ ਪਿਆ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ, ਨਾਲ ਨਾਲ ਮਨੁੱਖ ਦਾ ਉਦੇਸ਼ ਵੀ ਬਦਲਦਾ ਗਿਆ, ਨਿਸ਼ਾਨਾ ਵੀ ਬਦਲਦਾ ਗਿਆ, ਤੇ ਉਸ ਦੀ ਪ੍ਰਾਪਤੀ ਦੇ ਜਿਹੜੇ ਸਾਧਨ ਸੀ ਨਿਰੰਤਰ ਹੀ ਬਦਲਦੇ ਗਏ। ਤੇ ਹਰੇਕ ਧਰਮ ਦੇ ਵਿੱਚ ਹਰੇਕ ਮਨੁੱਖ ਦੀ ਇੱਕ ਚਾਹਤ ਹੁੰਦੀ ਹੈ ਕਿ ਮੈਨੂੰ ਮੁਕਤੀ ਪ੍ਰਾਪਤ ਹੋਵੇ। ਚਾਹੇ ਉਸ ਨੂੰ ਅਸੀਂ ਸੱਚਖੰਡ ਦੀ ਪ੍ਰਾਪਤੀ ਕਹਿ ਦਈਏ, ਮੋਖ ਦੁਆਰ ਕਹਿ ਦਈਏ, ਬਹਿਸ਼ਤਾਂ ਦੀ ਪ੍ਰਾਪਤੀ, ਸਵਰਗ ਦੀ ਪ੍ਰਾਪਤੀ, ਅਨੇਕਾਂ ਨਾਮ ਹੋ ਸਕਦੇ ਹਨ। ਮਨੋਰਥ ਇੱਕੋ ਕਿ ਮੁਕਤੀ ਨੂੰ ਅਸਾਂ ਨੇ ਪ੍ਰਾਪਤ ਕਿਵੇਂ ਕਰਨਾ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ, ਇਸ ਵਾਸਤੇ ਇੱਕ ਕਾਰਜ ਹੈ ਇੱਕੋ ਹੀ ਕਿ ਮਾਲਕ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ ਜਾਵੇ। ਪਰ ਕਈ ਵਾਰ ਕੀ ਹੁੰਦਾ ਕਿ ਸੰਸਾਰ ਦੇ ਵਿੱਚ ਵਿਚਰਦਿਆਂ, ਕਿਉਂਕਿ ਅਸੀਂ ਮਨੁੱਖ ਹਾਂ, ਮਨ ਦੇ ਵਿੱਚ ਬੜੀਆਂ ਭਾਵਨਾ ਨਿਰੰਤਰ ਪੈਦਾ ਹੁੰਦੀਆਂ ਹਨ। ਅਸੀਂ ਕੋਈ ਵੀ ਕੰਮ ਕਰਦੇ ਹੋਈਏ, ਸਾਡਾ ਇੱਕ ਮਨੋਰਥ ਉਸ ਦੇ ਪਿੱਛੇ, ਇੱਕ ਤਾਂ ਇਹ ਕਿ ਭਾਈ ਧਰਮ ਦਾ ਕੰਮ ਅਸੀਂ ਕਰਦੇ ਹਾਂ, ਤੇ ਦੂਸਰਾ ਸਾਡਾ ਮਨੋਰਥ ਇਹ ਵੀ ਹੁੰਦਾ ਕਿ ਵਧੇਰੇ ਤੋਂ ਵਧੇਰੇ ਜਿਹੜੀ ਲੁਕਾਈ ਹੈ ਨਾ, ਉਹ ਮੈਨੂੰ ਜਾਣਦੀ ਹੋਵੇ। ਭਗਤੀ ਕਰਦਿਆਂ ਹੋਇਆਂ, ਮਾਲਕ ਦਾ ਨਾਮ ਜਪਦਿਆਂ ਹੋਇਆਂ, ਜਿੱਥੇ ਮੋਕਸ਼ ਦੀ ਪ੍ਰਾਪਤੀ ਇੱਕ ਸਾਡਾ ਉਦੇਸ਼, ਉਥੇ ਨਾਲ ਇਹ ਵੀ ਯਤਨ ਕਿ ਲੋਕਾਂ ਦੇ ਵਿੱਚ ਮੇਰੀ ਗੱਲ ਹੋਵੇ, ਲੋਕ ਮੈਨੂੰ ਜਾਣਦੇ ਹੋਵਨ, ਇਹ ਪ੍ਰਮਾਤਮਾ ਦਾ ਭਗਤ ਪਿਆਰਾ ਹੈ, ਇਸ ਦਾ ਜੀਵਨ ਇਸ ਪ੍ਰਕਾਰ ਦਾ ਹੈ। ਤੇ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਭਾਈ, ਜੇਕਰ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ, ਮੁਕਤੀ ਦੀ ਪ੍ਰਾਪਤੀ ਕਰਨੀ ਨਾ, ਤੇ ਫਿਰ ਮਾਲਕ ਦੀ ਭਗਤੀ ਜਿਹੜੀ ਹੈ ਨਾ, ਉਹ ਪ੍ਰੇਮ ਸਹਿਤ ਕਰ, ਭਾਵ ਦੇ ਵਿੱਚ ਹੋਵੇ, ਮਾਲਕ ਦਾ ਪਿਆਰ ਹੋਵੇ, ਹਿਰਦੇ ਦੇ ਵਿੱਚ ਵਸਿਆ। ਤੇ ਮਾਲਕ ਦਾ ਜਿੱਥੇ ਭੈ ਵੀ ਤੇ ਪ੍ਰੇਮ ਵੀ ਹੈ ਨਾ, ਸਤਿਗੁਰੂ ਜੀ ਆਖਦੇ ਹਨ ਕਿ ਉੱਥੇ ਨਾਲ ਨਾਲ
ਆਪਣੇ ਆਪ ਨੂੰ ਨੀਵਾਂ ਵੀ ਸਦਵਾਉਣਾ ਕਰ, ਉੱਚਾ ਨਾ ਕਰ। ਕਿਉਂਕਿ ਜਿਹੜਾ ਉੱਚਾ ਰੁੱਖ ਹੋ ਗਿਆ ਨਾ, ਉਹ ਫਲ ਤੋਂ ਰਹਿਤ ਹੋਵੇਗਾ। ਪਹਿਲੇ ਸਮਿਆਂ ਦੇ ਵਿੱਚ ਧਾਰਨਾ ਪੜ੍ਹੀਆਂ ਜਾਂਦੀਆਂ ਹੁੰਦੀਆਂ ਸੀ, ਜਿਹਨੂੰ ਕੱਚੀ ਬਾਣੀ ਵੈਸੇ ਅਸੀਂ ਕਹਿ ਦਿੰਦੇ ਹਾਂ। ਧਾਰਨਾ ਪੜ੍ਹਦੇ ਹੁੰਦੇ ਸੀ ਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀ। ਫਲ ਨੀਵੇਂ ਰੁੱਖ ਨੂੰ ਲੱਗਣਗੇ। ਸਤਿਗੁਰੂ ਜੀ ਸਮਝਾਉਂਦੇ ਹਨ, ਨਿਵੇਂ ਸੋ ਗੌਰਾ ਹੋਏ। ਜਿਹੜਾ ਝੁਕਿਆ ਹੈ, ਨਿਉਂਦਾ ਹੈ, ਆਪਣੇ ਆਪ ਨੂੰ ਨਿਰਮਾਨਤਾ ਦੇ ਵਿੱਚ ਰੱਖਦਾ, ਨਿਮਰਤਾ ਦੇ ਵਿੱਚ ਰੱਖਦਾ, ਉਹ ਭਾਰਾ ਹੁੰਦਾ ਹੈ। ਤੱਕੜੀ ਦੇ ਦੋ ਪਲੜੇ, ਜਿੱਧਰ ਭਾਰ ਵਧੇਰੇ ਹੈ ਨਾ, ਉਹ ਪਲੜਾ ਝੁਕਿਆ ਹੋਵੇਗਾ। ਜਿਹੜਾ ਹੌਲਾ ਪਲੜਾ ਹੈ, ਉਹ ਤਾਂ ਉੱਠ ਜਾਂਦਾ ਹੈ ਤੱਕੜੀ ਦਾ। ਕੁਦਰਤ ਦੇ ਵਿੱਚ ਵੀ ਕੱਲ ਰੋਜ਼ ਵੀ ਬੇਨਤੀ ਕੀਤੀ ਸੀ ਕਿ ਕੁਦਰਤ ਨੇ ਸਾਨੂੰ ਸਿਖਾਇਆ ਹੈ, ਜਿਵੇਂ ਜਿਵੇਂ ਰੁੱਖਾਂ ਨੂੰ ਫਲ ਲੱਗਦੇ ਜਾਂਦੇ, ਉਹਨਾਂ ਦੇ ਵਿੱਚ ਮਿਠਾਸ ਭਰਦੀ ਜਾਂਦੀ, ਰਸ ਭਰਦਾ ਜਾਂਦਾ, ਤਿਉਂ-ਤਿਉਂ ਉਹਨਾਂ ਰੁੱਖਾਂ ਦੀਆਂ ਜਿਹੜੀਆਂ ਟਹਿਣੀਆਂ ਹਨ, ਉਹ ਝੁਕਦੀਆਂ ਜਾਂਦੀਆਂ ਹਨ। ਤੇ ਜਿਉਂ-ਜਿਉਂ ਫਲ ਮੁੱਕਦਾ ਜਾਂਦਾ, ਉੱਪਰ ਨੂੰ ਉੱਠਦੀਆਂ ਜਾਂਦੀਆਂ। ਭਾਵ ਹੰਕਾਰ ਆਉਂਦਾ ਹੈ। ਨਿਮਰਤਾ ਉਦੋਂ ਜਦੋਂ ਫਲ ਲੱਗਾ ਹੈ। ਤੇ ਇਹ ਮਨੁੱਖ, ਇਸੇ ਹੀ ਪ੍ਰਕਾਰ ਦਾ ਤੇਰਾ ਜੀਵਨ ਹੋਵੇ। ਅਗਰ ਹਿਰਦੇ ਦੇ ਵਿੱਚ ਮਾਲਕ ਦਾ ਨਾਮ ਵਸਿਆ ਹੈ, ਮਾਲਕ ਨੇ ਰਹਿਮਤ ਕਰਕੇ ਕੁਝ ਗੁਣਾਂ ਦੀ ਬਖਸ਼ਿਸ਼ ਕੀਤੀ ਨਾ, ਤੇ ਉਹਨਾਂ ਗੁਣਾਂ ਦੀ ਪ੍ਰਾਪਤੀ ਕਰਕੇ ਹੰਕਾਰ ਨਾ ਆਵੇ, ਸਗੋਂ ਉਹਨਾਂ ਗੁਣਾਂ ਦੇ ਸਹਿਤ ਤੇਰੇ ਅੰਦਰ ਧੀਰਜ ਆਵੇ, ਨਿਮਰਤਾ ਆਵੇ, ਸਾਦਗੀ ਆਵੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਭਾਉ ਭਗਤ ਕਰ ਨੀਚ ਸਦਾਏ, ਤਾਉ ਨਾਨਕ ਮੋਖ ਅੰਤਰ ਪਾਏ। ਫਿਰ ਹੀ ਸਤਿਗੁਰੂ ਜੀ ਆਖਦੇ ਹਨ ਕਿ ਮੋਕਸ਼ ਦੀ, ਮੁਕਤੀ ਦੀ ਉਸ ਮਨੁੱਖ ਨੂੰ, ਉਸ ਜੀਵ ਨੂੰ ਪ੍ਰਾਪਤੀ ਹੋਵੇਗੀ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 4 ਯੁੱਗਾਂ ਦਾ ਜ਼ਿਕਰ ਕੀਤਾ ਹੈ, ਤੇ ਉਹਨਾਂ ਦੇ ਵਿੱਚ ਮਨੋਰਥ ਮਨੁੱਖ ਦੇ ਬਦਲਦੇ ਗਏ, ਪ੍ਰਾਪਤੀ ਦੇ ਸਾਧਨ ਵੀ ਬਦਲਦੇ ਗਏ। ਕਲਯੁਗ ਦੇ ਸੰਬੰਧ ਦੇ ਵਿੱਚ ਸਤਿਗੁਰੂ ਜੀ ਨੇ ਸਮਝਾ ਦਿੱਤਾ, ਬਖਸ਼ਿਸ਼ ਕੀਤੀ ਕਿ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਹੁਣ ਪ੍ਰਾਪਤੀ ਕੀ ਕਲਯੁਗ ਦੇ ਵਿੱਚ ਨਿਸ਼ਾਨਾ ਹੈ ਝੂਠ, ਤੇ ਇਸ ਦੀ ਪ੍ਰਾਪਤੀ ਵਾਸਤੇ ਜਿਹੜੇ ਸਾਧਨ ਹਨ, ਉਹ ਤ੍ਰਿਸ਼ਨਾ ਦੀ ਅੱਗ ਹੈ, ਝੂਠ ਹੈ ਹਰ ਜਗ੍ਹਾ ਦੇ ਉੱਪਰ। ਭਰਾਵਾਂ ਦੇ ਵਿੱਚ ਵੀ ਸੱਚ ਨਹੀਂ, ਮਾਤਾ ਪਿਤਾ ਪ੍ਰਤੀ ਵੀ ਸੱਚ ਨਹੀਂ, ਔਲਾਦ ਪ੍ਰਤੀ ਵੀ ਸੱਚ ਨਹੀਂ। ਸੱਚ ਕਿਤੇ ਦਿਖਾਈ ਹੀ ਨਹੀਂ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਈ ਲਾਲੋ ਜੀ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਸੰਬੋਧਨ ਕਰਦੇ ਹਨ, ਸਮਝਾਉਂਦੇ ਹਨ ਕਿ ਕਿਤੇ ਵੀ ਸੱਚ ਨਹੀਂ ਦਿਖਾਈ ਦੇ ਰਿਹਾ, ਸਗੋਂ ਹੇ ਲਾਲੋ ਕੂੜ ਫਿਰੇ ਪ੍ਰਧਾਨ ਵੇ ਲਾਲੋ। 4 ਚਫੇਰੇ ਕੂੜ ਦਾ, ਝੂਠ ਦਾ ਹੀ ਪਸਾਰਾ ਹੈ। ਰਾਜਨੀਤੀ ਦੇ ਵਿੱਚ ਝੂਠ, ਸਮਾਜਿਕ ਪੱਧਰ ਤੇ ਝੂਠ, ਪਰਿਵਾਰਾਂ ਦੇ ਵਿੱਚ ਝੂਠ, ਤੇ ਮੁਆਫ ਕਰਨਾ, ਕਹਿਣ ਦੇਣਾ, ਧਰਮ ਅਸਥਾਨਾਂ ਦੇ ਉੱਪਰ ਵੀ ਝੂਠ ਦਾ ਪਸਾਰਾ ਵੱਡੇ ਪੱਧਰ ਤੇ ਹੋ ਚੁੱਕਾ ਹੈ। ਕਿਉਂਕਿ ਕਲਯੁਗ ਹੈ ਨਾ, ਤੇ ਇਸ ਕੂੜ ਦੀ ਪ੍ਰਾਪਤੀ ਵਾਸਤੇ, ਸੰਤੁਸ਼ਟੀ ਵਾਸਤੇ ਫਿਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਉਹ ਇਹ ਕਾਰਜ ਕਰਦੀ ਹੈ, ਸਹਾਇਤਾ ਕਰਦੀ ਹੈ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 4 ਵੇਦਾਂ ਦਾ ਜ਼ਿਕਰ ਕੀਤਾ। ਹਰੇਕ ਯੁੱਗ ਦੇ ਵਿੱਚ ਵੇਦ ਅਲੱਗ-ਅਲੱਗ ਰੂਪ ਦੇ ਵਿੱਚ ਉਹਨਾਂ ਦੀ ਭਾਵਨਾ, ਉਹਨਾਂ ਦੇ ਵਿੱਚੋਂ ਪ੍ਰਾਪਤੀ ਦੇ ਜਿਹੜੇ ਸਾਧਨ, ਤੇ ਉਹਨਾਂ ਦਾ ਮਨੋਰਥ ਵੀ ਅਲੱਗ-ਅਲੱਗ, ਤੇ ਹਰੇਕ ਨੂੰ ਗਾਇਨ ਕਰਨ ਦਾ ਜਿਹੜਾ ਢੰਗ ਸੀ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਉਹ ਵੀ ਅਲੱਗ-ਅਲੱਗ ਸੀ। ਤੇ ਜਦੋਂ ਉਹਨਾਂ ਨੂੰ ਗਾਉਣਾ ਹੁੰਦਾ ਸੀ ਨਾ, ਤੇ ਗਾਉਣ ਲੱਗਿਆਂ ਜਿਹੜੇ ਉਹਨਾਂ ਦਾ ਪਾਠ ਕਰਨ ਲੱਗਿਆਂ, ਜਾਪ ਕਰਨ ਲੱਗਿਆਂ, ਜਿਹੜੇ ਕੱਪੜੇ ਆਦਿਕ ਸੀ, ਉਹ ਵੀ ਅਲੱਗ-ਅਲੱਗ ਰੰਗਾਂ ਦੇ ਹੀ ਪਹਿਨੇ ਜਾਂਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਸਭ ਤੋਂ ਪਹਿਲਾਂ ਜਿਹੜਾ ਧਰਮ ਗ੍ਰੰਥ ਸੀ, ਵੇਦ ਸੀ ਨਾ, ਉਹ ਸ਼ਾਮ ਵੇਦ ਸੀ। ਤਾਂ ਉਸ ਨੂੰ ਪੜ੍ਹਨ ਲੱਗਿਆਂ ਚਿੱਟੇ ਕੱਪੜੇ ਪਹਿਨੇ ਜਾਂਦੇ ਸਨ। ਫਿਰ ਰਿਗਵੇਦ ਆ ਗਿਆ ਤੇ ਉਦੋਂ ਪੀਲੇ, ਯਜੁਰਵੇਦ ਦੇ ਸਮੇਂ ਲਾਲ, ਤੇ ਅਥਰਵੇਦ ਸੀ ਉਸ ਵੇਲੇ ਫਿਰ ਕਾਲੇ ਰੰਗ ਦੇ ਜਿਹੜੇ ਕੱਪੜੇ ਸੀ, ਉਹਨਾਂ ਨੂੰ ਪਹਿਨ ਕੇ ਇਹਨਾਂ ਦਾ ਪਾਠ ਕੀਤਾ ਜਾਂਦਾ ਸੀ। ਭਾਵਨਾ ਪਿੱਛੇ ਅਲੱਗ ਸੀ, ਪਰ ਮਨੁੱਖ ਨੇ ਆਪਣੇ
ਢੰਗ ਦੇ ਨਾਲ ਹਰੇਕ ਨੂੰ ਵੇਖਣਾ ਕੀਤਾ ਜਾਵੇ। ਪਹਿਲਾਂ ਬੇਨਤੀ ਕੀਤੀ ਨਾ ਜੀ ਕਿ ਅਸੀਂ ਪ੍ਰਮਾਤਮਾ ਵਰਗੇ ਨਹੀਂ ਹੁੰਦੇ, ਸਗੋਂ ਪ੍ਰਮਾਤਮਾ ਨੂੰ ਆਪਣੇ ਵਰਗਾ ਕਰਨ ਦਾ ਯਤਨ ਕਰਦੇ ਹਾਂ। ਤੇ ਜੇਕਰ ਮੰਨ ਲਓ ਪ੍ਰਮਾਤਮਾ ਸਾਡੇ ਵਰਗੇ ਹੋ ਗਏ ਸਾਡੇ ਯਤਨਾਂ ਸਦਕਾ, ਤੇ ਫਿਰ ਪ੍ਰਮਾਤਮਾ ਵੱਡਾ ਨਹੀਂ ਹੈ, ਫਿਰ ਅਸੀਂ ਵੱਡੇ, ਕਿਉਂਕਿ ਅਸੀਂ ਉਸ ਨੂੰ ਆਪਣੇ ਵਰਗਾ ਕਰ ਲਿਆ ਹੈ। ਤਾਂ ਪਹਿਲਾ ਵੇਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਦਾ ਜ਼ਿਕਰ ਕਰਦੇ ਕਿ ਸ਼ਾਮ ਕਹੇ ਸੇ ਤੰਬਰ ਸੁਆਮੀ, ਸੱਚ ਮੈਂ ਆਸ਼ਾ ਸਾਚ ਰਹੇ। ਪਹਿਲਾ ਯੁੱਗ, ਪਹਿਲਾ ਵੇਦ ਸ਼ਾਮ ਵੇਦ ਤੇ ਸਿੱਖਿਆ ਦਿੰਦਾ ਕਿ ਪ੍ਰਮਾਤਮਾ ਸਿਤੰਬਰ ਹੈ, ਪਰਮਾਤਮਾ ਚਿੱਟਾ ਹੈ, ਸਫੇਦ ਹੈ, ਜਿਸ ਦੇ ਉੱਪਰ ਕੋਈ ਵੀ ਦਾਗ ਨਹੀਂ, ਜੋ ਬਿਲਕੁਲ ਸਵੱਛ ਨਿਰਮਲ ਹੈ ਤੇ ਚਿੱਟੇ ਰੰਗ ਦਾ। ਤੇ ਇਸੇ ਕਰਕੇ ਸਮਝਾਇਆ ਕਿ ਭਾਈ ਇਸ ਦਾ ਪਾਠ ਜਿਹੜਾ ਕਰਨਾ ਨਾ ਚਿੱਟੇ ਕੱਪੜੇ ਪਾ ਕਰ ਕੀਤਾ ਜਾ ਸਕਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਜਦੋਂ ਸਿਤੰਬਰ ਹੈ ਨਾ ਪ੍ਰਮਾਤਮਾ ਸਫੇਦ ਹੈ, ਚਿੱਟਾ ਹੈ, ਤੇ ਜਿੱਥੇ ਸਾਮਵੇਗ ਦਾ ਪਹਿਲਾ ਅੱਖਰ ਸੱਸਾ ਹੈ, ਜਿਸ ਤੋਂ ਸ਼ਾਮਵੇਗ ਲਿਖਿਆ ਜਾਂਦਾ, ਤਾਂ ਪ੍ਰਮਾਤਮਾ ਦਾ ਨਾਮ ਵੀ ਫਿਰ ਸਿਤੰਬਰ ਹੋ ਗਿਆ ਜੀ। ਉਸ ਦੇ ਵਿੱਚ ਪ੍ਰਮਾਤਮਾ ਨੂੰ ਸਿਤੰਬਰ ਕਿਹਾ ਤੇ ਨਾਲ ਹੀ ਸਮਝਾਉਂਦੇ ਹਨ ਸੱਚ ਮੈਂ ਆਛਾ ਸਾਚ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾ ਦਿੱਤਾ ਕਿ ਭਾਈ ਫਿਰ ਜਿਹੜਾ ਮਾਲਕ ਦਾ ਨਾਮ ਸੀ, ਜਿੱਥੇ ਉਹ ਸੱਚ ਦੇ ਉੱਪਰ ਟਿਕਿਆ ਸੀ ਪ੍ਰਮਾਤਮਾ, ਤੇ ਤਦੋਂ ਹਰੇਕ ਜੀਵ ਸੱਚ ਦੇ ਵਿੱਚ ਹੀ ਲੀਨ ਹੁੰਦਾ ਸੀ, ਕਿਉਂਕਿ ਪ੍ਰਮਾਤਮਾ ਸੱਚ, ਜੀਵ ਸੱਚ ਤੇ ਸੱਚ ਦੇ ਨਾਲ ਜੁੜੇ ਹੋਏ ਸਨ। ਤੇ ਸਭ ਕੋ ਸੱਚ ਸਮਾਵੈ, ਸਾਰੇ ਹੀ ਇਸੇ ਹੀ ਸੱਚ ਦੇ ਵਿੱਚ ਲੀਨ ਸਨ। ਪ੍ਰਮਾਤਮਾ ਸੱਚ, ਸੱਚ ਦੇ ਵਿੱਚ ਹੀ ਉਹ ਵਿਚਰਦਾ ਪਿਆ, ਸੱਚ ਕਰਕੇ ਹੀ ਉਹ ਪ੍ਰਸਿੱਧ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਹਨ ਕਿ ਜਿਤਨੇ ਵੀ ਜੀਵ ਸਨ ਉਹ ਸੱਚ ਦੇ ਨਾਲ ਹੀ ਸੰਬੰਧਿਤ ਸਨ। ਇਹ ਤਾਂ ਸੀ ਜੀ ਪਹਿਲਾ ਵੇਦ, ਤੇ ਪਹਿਲੇ ਵੇਦ ਦੇ ਵਿੱਚ ਸੱਚ ਨੂੰ ਹੀ ਬਿਆਨ, ਪਰਮਾਤਮਾ ਨੂੰ ਹੀ ਬਿਆਨ ਕੀਤਾ, ਤੇ ਸੱਚ ਦੀ ਹੀ ਵਿਚਾਰ ਸੀ। ਤੇ ਲੋਕ ਵੀ, ਲੋਕਾਈ ਵੀ, ਸਮੁੱਚੇ ਮਨੁੱਖ ਵੀ ਸੱਚ ਦੇ ਨਾਲ ਜੁੜੇ ਸਨ, ਤੇ ਉਹਨਾਂ ਦੇ ਅੰਦਰ ਬਾਹਰ ਸੱਚ ਸੀ। ਕੋਈ ਦੂਰ ਦੀ ਗੱਲ ਨਹੀਂ, ਅਸੀਂ ਵੇਖ ਸਕਦੇ ਹਾਂ ਬਜ਼ੁਰਗਾਂ ਦੇ ਕੋਲੋਂ ਇੱਕ ਗੱਲ ਸੁਣੀ ਸੀ ਕਿ ਪਹਿਲਾਂ, ਅੱਜ ਤੋਂ ਕੁਝ ਸਮਾਂ ਪਹਿਲਾਂ ਹੀ, 50 ਸਾਲ ਦੇ ਲਗਭਗ ਕਹਿ ਲਈਏ, ਕੋਈ ਦੂਰ ਨਾ ਜਾਈਏ, ਉਦੋਂ ਵੀ ਸੱਚ ਬੜਾ ਸੀ, ਝੂਠ ਨਹੀਂ ਸੀ। ਉਸ ਵੇਲੇ ਵੀ ਬਜ਼ੁਰਗ ਹਰੇਕ ਗੱਲ ਨੂੰ ਸਪਸ਼ਟ ਕਰ ਦਿੰਦੇ ਸਨ, ਪ੍ਰਭਾਵ ਵੀ ਹੁੰਦਾ ਸੀ, ਸਭਾ ਦੇ ਵਿੱਚ ਸੱਚ ਦਾ ਹੀ ਨਿਤਾਰਾ ਹੁੰਦਾ ਸੀ। ਭਾਵੇਂ ਕੋਈ ਗੁੱਸੇ ਹੋ ਜਾਵੇ, ਨਾਰਾਜ਼ ਹੋ ਜਾਵੇ, ਪਰ ਸੱਚ ਦਾ ਪੱਲਾ ਨਹੀਂ ਸੀ ਛੱਡਿਆ ਜਾਂਦਾ। ਜਿਹੜੇ ਬਜ਼ੁਰਗਾਂ ਦਾ ਇਕੱਠ ਹੁੰਦਾ ਸੀ, ਸੱਥਾਂ ਦੇ ਵਿੱਚ ਬੈਠਦੇ ਸੀ, ਉੱਥੇ ਸੱਚ ਦੀ ਹੀ ਗੱਲ ਚੱਲਦੀ ਸੀ। ਅਸਲ ਦੇ ਵਿੱਚ ਇਹ ਵੀ ਸਤਿਯੁਗ ਸੀ। ਇੱਕ ਰੋਜ਼ ਪਹਿਲਾਂ ਬੇਨਤੀ ਕੀਤੀ ਸੀ ਕਿ ਸਤਿਯੁਗ ਹੈ, ਦੁਆਪਰ ਹੈ, ਤ੍ਰੇਤਾ ਹੈ ਜਾਂ ਕਲਯੁਗ ਹੈ। ਕੋਈ ਵੀ ਯੁੱਗ ਹੈ, ਚਾਹੇ ਕਿਸੇ ਵੀ ਰੂਪ ਦੇ ਵਿੱਚ, ਇਹ ਸਾਡੇ ਮਨ ਦੀ ਅਵਸਥਾ ਹੈ। ਜਿੱਥੇ ਸਮੇਂ ਨੂੰ ਵੰਡਦਾ ਨਾ, ਉਥੇ ਸਾਡੇ ਮਨ ਦਾ ਵੀ ਪ੍ਰਭਾਵ, ਮਨ ਦੀ ਅਵਸਥਾ, ਮਨ ਦੀ ਵਿਚਾਰ ਵੀ ਹੈ। ਅਸੀਂ ਬੈਠੇ ਹਾਂ ਕਿਤੇ ਵੀ, ਮਨੁੱਖ ਬੈਠਾ ਹੋਇਆ ਕਿਸੇ ਵੀ ਥਾਂ ਦੇ ਉੱਪਰ, ਅਗਰ ਉਹ ਮਾਲਕ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ, ਅੰਦਰੋਂ ਬਾਹਰੋਂ ਉਸ ਦੀ ਵਿਚਾਰਧਾਰਾ ਮਾਲਕ ਜੀ ਦੇ ਨਾਮ ਵਾਲੀ ਨਾ, ਤੇ ਫਿਰ ਉਹ ਸਤਿਯੁਗ ਦੇ ਵਿੱਚ ਹੈ, ਕਿਉਂਕਿ ਸੱਚ ਦੇ ਨਾਲ ਜੁੜਿਆ ਹੈ, ਅੰਦਰ ਬਾਹਰ ਸੱਚ ਹੈ। ਪਰ ਜੇਕਰ ਧਾਰਮਿਕ ਸਥਾਨ ਤੇ ਬੈਠ ਕਰ ਵੀ ਵਿਚਾਰਾਂ ਸਾਡੀਆਂ ਸੁਚੱਜੀਆਂ ਨਹੀਂ ਹਨ, ਮਨ ਦੇ ਵਿੱਚ ਮੈਲ ਹੈ ਨਾ, ਤੇ ਫਿਰ ਕੋਈ ਅਤ ਕਥਨੀ ਨਹੀਂ ਕਿ ਉਹ ਮਨੁੱਖ ਕਲਯੁਗ ਦੇ ਵਿੱਚ ਵਸਦਾ ਪਿਆ ਹੈ। ਕਿਉਂਕਿ ਧਰਮ ਸਥਾਨ ਤੇ ਬੈਠ ਕਰ ਅਗਰ ਸੱਚ ਨਹੀਂ ਅੰਦਰ ਹਿਰਦੇ ਦੇ ਵਿੱਚ, ਕੂੜ ਹੀ ਵਸਿਆ ਹੋਇਆ ਹੈ, ਈਰਖਾ ਹੀ ਵਸੀ ਹੋਈ ਹੈ, ਮਾੜੀ ਭਾਵਨਾ ਹੀ ਵਸੀ, ਤ੍ਰਿਸ਼ਨਾ ਹੀ ਵਸੀ ਹੈ, ਸ਼ਬਦ ਦੇ ਨਾਲ ਜੁੜੇ ਨਹੀਂ, ਸ਼ਬਦ ਅਲੱਗ ਗੱਲ ਕਰਦਾ ਪਿਆ, ਮਨ ਕਿਤੇ ਦਾ ਕਿਤੇ ਉਡਾਰੀ ਮਾਰ ਗਿਆ, ਮੈਲ ਦੇ ਵਿੱਚ ਹੈ, ਤੇ ਫਿਰ ਉਹ ਕਲਯੁਗ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਵੇਦ, ਪਹਿਲੇ ਯੁੱਗ ਦੇ ਸੰਬੰਧ ਦੇ ਵਿੱਚ, ਤੇ ਉਸ ਵੇਲੇ ਪ੍ਰਮਾਤਮਾ ਨੂੰ ਸਿਤੰਬਰ ਕਿਹਾ ਜਾਂਦਾ, ਸਮਝਾਉਣ ਉਪਰੰਤ ਸਤਿਗੁਰੂ ਜੀ ਅੱਗੇ ਚੱਲਦੇ ਰਿਗ ਕਹਾ ਰਹਿਆ ਭਰਪੂਰ। ਹੁਣ ਰਿਗ ਵੇਦ ਜਿਹੜਾ ਨਾ, ਜਿਹੜਾ ਦੂਸਰਾ ਵੇਦ ਹੈ,
ਉਸ ਦਾ ਪਹਿਲਾ ਅੱਖਰ ਰਾਰਾ ਹੈ। ਤੇ ਰਾਰਾ ਅੱਖਰ ਤੋਂ ਬਣਿਆ ਜੀ ਰਾਮ, ਜੋ ਰਮਿਆ ਹੋਇਆ। ਤੇ ਰਿਗਵੇਦ ਵੀ ਆਖਦਾ ਕਿ ਪ੍ਰਮਾਤਮਾ ਜੀ ਭਰਪੂਰ ਹਨ, ਭਾਵ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਵਸੇ ਹੋਏ ਹਨ। ਰਾਮ ਨਾਮ ਦੇਵਾ ਮੈਂ ਸੂਰ। ਤੇ ਉਸ ਵੇਲੇ ਜਿਹੜਾ ਪ੍ਰਮਾਤਮਾ ਦਾ ਨਾਮ ਨਾ ਉਹ ਰਾਮ ਕਰਕੇ ਪ੍ਰਚਲਿਤ ਹੋਇਆ। ਤੇ ਸਮੁੱਚੇ ਦੇਵਤਿਆਂ ਦੇ ਵਿੱਚ ਜਿਤਨੇ ਵੀ ਅਵਤਾਰੀ ਪੁਰਸ਼ ਹੋਏ, ਉਹਨਾਂ ਦੇ ਵਿੱਚ ਰਾਮ ਦਾ ਨਾਮ ਸ੍ਰੇਸ਼ਟ ਤੇ ਸੂਰਜ ਦੀ ਨਿਆਈ ਹੈ। ਬਾਕੀ ਸਾਰੇ ਜਿਹੜੇ ਦੇਵੀ ਦੇਵਤੇ ਪੈਗੰਬਰੀ ਰਹਿਬਰੀ ਪੁਰਸ਼, ਉਹ ਤਾਰਿਆਂ ਦੀ ਨਿਆਈ, ਕੋਈ ਚੰਦਰਮੇ ਦੀ ਨਿਆਈ, ਕੋਈ ਗ੍ਰਹਿ ਨਛੱਤਰ ਦੀ ਨਿਆਈ। ਪਰ ਰਾਮ ਦਾ ਨਾਮ ਜਿਹੜਾ ਨਾ ਉਹ ਸਮੁੱਚੇ ਹੀ ਸੰਸਾਰ ਦੇ ਵਿੱਚ ਸਾਰੇ ਹੀ ਦੇਵਤਿਆਂ ਦੇ ਵਿੱਚ ਸੂਰਜ ਦੇ ਵਾਂਗ ਚਮਕਦਾ, ਕਿਉਂਕਿ ਭਰਪੂਰ ਹੈ, ਵਿਆਪਕ ਹੈ ਸਭ ਥਾਵਾਂ ਦੇ ਉੱਪਰ। ਤਾਂ ਉਹ ਰਮਿਆ ਹੋਇਆ ਤੇ ਨਾਮ ਪਰਮਾਤਮਾ ਦਾ ਰਾਮ ਹੋ ਗਿਆ, ਕਿਉਂਕਿ ਰਿਗਵੇਦ ਦਾ ਪਹਿਲਾ ਅੱਖਰ ਰਾਰਾ ਤੇ ਰਾਰੇ ਤੋਂ ਰਾਮ ਹੋਇਆ। ਸਾਮਵੇਦ ਦਾ ਪਹਿਲਾ ਅੱਖਰ ਸੱਸਾ ਤੇ ਉਸ ਤੋਂ ਪਰਮਾਤਮਾ ਦਾ ਨਾਮ ਸਤੰਬਰ ਹੋਇਆ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ, ਨਾਏ ਲਿਆ ਪ੍ਰਾਸ਼ਤ ਜਾਏ। ਤੇ ਮਾਲਕ ਦਾ ਨਾਮ ਲੈਣ ਦੇ ਨਾਲ ਹੀ ਜਿਤਨੇ ਵੀ ਪ੍ਰਾਸ਼ਤ ਭਾਵ ਦੁੱਖ ਆਦਿਕ ਹਨ ਉਹ ਦੂਰ ਹੋ ਜਾਂਦੇ। ਨਾਨਕ ਤਉ ਮੁਖ ਅੰਤਰ ਪਾਏ। ਤੇ ਜਿਹੜਾ ਰਿਗਵੇਦ ਫਿਰ ਸਮਝਾਉਂਦਾ ਹੈ ਕਿ ਜੀਵ ਤਦੋਂ ਹੀ ਮੁਕਤੀ ਪ੍ਰਾਪਤ ਕਰ ਲੈਂਦੇ ਸਨ ਜਦੋਂ ਮਾਲਕ ਦੇ ਨਾਮ ਦੇ ਨਾਲ ਜੁੜੇ ਹੁੰਦੇ ਸਨ। ਦੋ ਵੇਦਾਂ ਦਾ ਜ਼ਿਕਰ ਕਰਕੇ ਸਤਿਗੁਰੂ ਜੀ ਤੀਜੇ ਵੇਦ ਯਜੁਰਵੇਦ ਦੇ ਸੰਬੰਧ ਵਿੱਚ ਸਮਝਾਉਂਦੇ, ਜੁਜਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ। ਤੀਸਰਾ ਵੇਦ ਯਜੁਰਵੇਦ ਤੇ ਪਹਿਲਾ ਅੱਖਰ ਜਈਆ ਹੋ ਗਿਆ ਤੇ ਜਈਏ ਤੋਂ ਜਾਦਮ ਹੋ ਗਿਆ ਕ੍ਰਿਸ਼ਨ, ਭਾਵ ਜਿਹੜਾ ਤੀਸਰਾ ਵੇਦ ਤੀਸਰਾ ਯੁੱਗ ਦੁਆਪਰ ਆਇਆ ਤੇ ਉਸ ਦੇ ਵਿੱਚ ਜਿਹੜੇ ਅਵਤਾਰੀ ਪੁਰਸ਼ ਸੀ ਉਹਨਾਂ ਦਾ ਨਾਮ ਜਾਦਮ, ਕ੍ਰਿਸ਼ਨ ਜਾਂ ਕਾਨ ਹੋਇਆ। ਹੁਣ ਜਿਵੇਂ ਪਹਿਲੇ ਦੋਨਾਂ ਹੀ ਵੇਦਾਂ ਨੇ, ਦੋਨਾਂ ਯੁੱਗਾਂ ਨੇ ਸੱਚ ਦੇ ਸੰਬੰਧ ਦੇ ਵਿੱਚ ਤੇ ਪ੍ਰਮਾਤਮਾ ਦੇ ਸੰਬੰਧ ਵਿੱਚ ਸਮਝਾਇਆ, ਉਸ ਵੇਲੇ ਲੋਕਾਂ ਦਾ ਸੁਭਾਅ ਕੀ ਸੀ, ਅਵਤਾਰੀ ਪੁਰਸ਼ ਕਿਸ ਪ੍ਰਕਾਰ ਦੇ ਸਨ, ਦੱਸੇ ਹਨ। ਪਹਿਲੇ ਯੁੱਗ ਦੇ ਵਿੱਚ ਪਹਿਲਾ ਵੇਦ ਆਖਦਾ ਕਿ ਪ੍ਰਮਾਤਮਾ ਜੀ ਸਫੇਦ ਹਨ, ਮੈਲ ਤੋਂ ਰਹਿਤ, ਦਾਗ ਤੋਂ ਰਹਿਤ ਹਨ, ਸ਼ੁੱਧ ਹਨ ਤੇ ਸੱਚ ਹੀ ਚਾਰ ਚਫੇਰੇ ਵਸਿਆ ਹੋਇਆ ਸੀ। ਦੂਸਰਾ ਜਿਹੜਾ ਯੁੱਗ ਤੇ ਦੂਸਰਾ ਵੇਦ ਸਮਝਾਉਂਦਾ ਕਿ ਉਹ ਰਮਿਆ ਹੋਇਆ ਪ੍ਰਮਾਤਮਾ ਰਾਮ ਤੇ ਉਸ ਦਾ ਨਾਮ ਜਪਣ ਦੇ ਨਾਲ ਜਿਹੜੇ ਨਾਮ ਜਪਦੇ ਸਨ ਪ੍ਰਮਾਤਮਾ ਦਾ, ਉਹ ਸਾਰੇ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਕਰਦੇ ਸਨ। ਹੁਣ ਤੀਸਰਾ ਵੇਦ ਆ ਗਿਆ ਯਜੁਰ ਤੇ ਤੀਸਰਾ ਯੁੱਗ, ਉਸ ਦੇ ਵਿੱਚ ਫਿਰ ਜਿਹੜਾ ਅਵਤਾਰੀ ਪੁਰਸ਼ ਹੋਇਆ ਸਮੇਂ ਦੇ ਅਨੁਸਾਰ, ਕਿਉਂਕਿ ਜਈਏ ਅੱਖਰ ਤੋਂ ਹੈ ਤਾਂ ਉਹ ਫਿਰ ਜਾਦਮ ਹੋ ਗਿਆ, ਕ੍ਰਿਸ਼ਨ ਹੋ ਗਿਆ, ਕਾਨ ਹੋ ਗਿਆ। ਤਾਂ ਉਸ ਅਵਤਾਰੀ ਪੁਰਸ਼ ਦੇ ਕਾਰਜ ਕੀ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਉਸਨੇ ਕਾਰਜ ਇਹ ਕੀਤਾ ਕਿ ਜੁਜ ਮਹਿ ਜੋਰ, ਜੁਜ ਰੇਗ ਜਿਹੜਾ ਜੁਜਰ ਵੇਦ ਹੈ ਉਸ ਦੇ ਅਨੁਸਾਰ ਜ਼ੋਰ ਦੇ ਨਾਲ ਜਿਹੜੀ ਚੰਦਰਾਵਲ ਸੀ ਨਾ, ਜੋ ਰਾਧਾ ਦੀ ਚਚੇਰੀ ਭੈਣ ਸੀ, ਸ਼੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਜ਼ੋਰ ਦੇ ਨਾਲ, ਤਾਕਤ ਦੇ ਨਾਲ ਛਲ ਲਿਆ ਜੀ। ਤੇ ਨਾਮ ਉਸ ਵੇਲੇ ਕੀ ਹੋਇਆ ਜੀ, ਅਵਤਾਰੀ ਪੁਰਸ਼ ਦਾ ਕਾਨ ਵੀ ਕਹਿ ਦਿੱਤਾ, ਕ੍ਰਿਸ਼ਨ ਵੀ ਕਹਿ ਦਿੱਤਾ ਤੇ ਜਾਦਵਾਂ ਦੀ ਕੁਲ ਦੇ ਵਿੱਚ ਜਾਦਵ ਵੀ ਕਿਹਾ ਗਿਆ ਜੀ। ਪਰ ਕਾਰਜ ਕੀ ਸੀ ਕਿ ਜ਼ੋਰ ਦੇ ਨਾਲ ਰਾਧਾ ਦੀ ਚਚੇਰੀ ਭੈਣ ਜਿਹੜੀ ਚੰਦਰਾਵਲ ਸੀ ਉਸ ਨੂੰ ਛਲ ਲਿਆਂਦਾ ਸੀ, ਉਸ ਦੇ ਨਾਲ ਧੋਖਾ ਕੀਤਾ ਸੀ। ਨਾਲ ਹੋਰ ਕਿਹੜੇ ਕਾਰਜ ਸਨ, ਪਾਰਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ। ਪਾਰਜਾਤ ਇੱਕ ਦਰਖਤ ਦਾ ਨਾਮ ਤੇ ਸਮਝਾਉਂਦੇ ਹਨ ਪ੍ਰਾਪਤ ਹੁੰਦਾ ਜੀ ਕਿ ਇਹ ਜਿਹੜਾ ਇਹ ਸਵਰਗ ਦਾ ਇੱਕ ਰੁੱਖ ਹੈ, ਇੰਦਰ ਲੋਕ ਦਾ ਇੱਕ ਰੁੱਖ, ਤੇ ਬੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਦਾ ਜ਼ਿਕਰ ਤੇ ਇਹ ਵੀ ਇਸ ਦੇ ਬਾਰੇ ਮਨੌਤ ਹੈ ਕਿ ਇਸ ਰੁੱਖ ਦੀ ਛਾਵੇਂ ਜਿਹੜਾ ਬੈਠਾ ਹੋਵੇਗਾ ਮਨੁੱਖ, ਜਿਹੜਾ ਵੀ ਮਨ ਦੇ ਵਿੱਚ ਫੁਰਨਾ ਲੈ ਕੇ ਆਵੇਗਾ, ਵਿਚਾਰ ਲੈ ਕੇ ਆਵੇਗਾ, ਪਾਰਜਾਤ ਰੁੱਖ ਦੇ ਹੇਠਾਂ ਬੈਠਿਆਂ ਹੋਇਆਂ ਉਸ ਮਨੋਰਥ ਦੀ ਪ੍ਰਾਪਤੀ ਹੋਵੇਗੀ, ਉਹ ਸੰਪੂਰਨ ਹੋਵੇਗਾ। ਤਾਂ ਕ੍ਰਿਸ਼ਨ ਦੀ ਇੱਕ ਹੋਰ ਸੀ ਗੋਪੀ,
ਜਿਸ ਦਾ ਨਾਮ ਸੱਤਿਆ ਭਾਮਾ ਆਉਂਦਾ ਹੈ, ਉਸ ਨੂੰ ਖੁਸ਼ ਕਰਨ ਵਾਸਤੇ ਫਿਰ ਜਿਹੜਾ ਇਹ ਰੁੱਖ ਸੀ ਨਾ, ਇਹ ਸਵਰਗ ਦੇ ਵਿੱਚੋਂ, ਇੰਦਰ ਲੋਕ ਦੇ ਵਿੱਚੋਂ ਕ੍ਰਿਸ਼ਨ ਜੀ ਲੈ ਕਰ ਆਉਂਦੇ ਤੇ ਉਸ ਗੋਪੀ ਨੂੰ, ਸੱਤਿਆ ਭਾਮਾ ਨੂੰ ਖੁਸ਼ ਕਰਦੇ ਹਨ। ਤੇ ਨਾਲ ਹੀ ਸਮਝਾਉਂਦੇ ਹਨ ਕਿ ਭਾਈ ਜਿਨ੍ਹਾਂ ਨੇ ਫਿਰ ਬਿੰਦਰਾਵਨ ਦੇ ਵਿੱਚ ਆ ਕੇ ਰੰਗ ਕੀਆ, ਬੜੀਆਂ ਗੋਪੀਆਂ ਸਨ, ਰਾਧਾ ਸੀ, ਸੱਤਿਆ ਭਾਮਾ ਸੀ, ਅਨੇਕਾਂ ਹੋਰ ਸਨ, ਤੇ ਬੜੇ ਹੀ ਉੱਥੇ ਗਵਾਲੇ ਤੇ ਨਿਰੰਤਰ ਉੱਥੇ ਫਿਰ ਰਾਸ ਲੀਲਾ ਕਰਦੇ ਸਨ। ਤੇ ਰਾਸ ਲੀਲਾ ਹੀ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਇੱਕ ਸਾਧਨ ਹੋ ਗਿਆ, ਕਿਉਂਕਿ ਜੋ ਅਵਤਾਰੀ ਪੁਰਸ਼ ਕੰਮ ਕਰੇਗਾ ਨਾ, ਲੋਕਾਂ ਨੇ ਵੀ, ਲੁਕਾਈ ਨੇ ਵੀ ਉਸੇ ਹੀ ਪ੍ਰਕਾਰ ਕਾਰਜ ਕਰਨਾ ਹੈ। ਧਰਮ ਦਾ ਆਗੂ ਜੇਕਰ ਸੱਚ ਦੇ ਰਸਤੇ ਦੇ ਉੱਪਰ ਚੱਲਿਆ ਤੇ ਜਿਤਨੇ ਵੀ ਉਸ ਧਾਰਮਿਕ ਆਗੂ ਦੇ ਅਨੁਸਾਰ ਅਨੁਯਾਈ ਹਨ, ਚੱਲਣ ਵਾਲੇ ਲੋਕ ਹਨ, ਉਹ ਵੀ ਉਸੇ ਹੀ ਪ੍ਰਕਾਰ ਕਾਰਜ ਕਰਨਗੇ। ਤੇ ਜਿਹੜਾ ਧਰਮ ਦਾ ਆਗੂ, ਧਰਮ ਦਾ ਮੁਖੀ ਅਗਰ ਰਾਸ ਲੀਲਾ ਕਰਦਾ ਹੈ ਤੇ ਜਿਤਨੇ ਵੀ ਉਸਦੇ ਅਨੁਯਾਈ ਹੋਵਣਗੇ ਉਸੇ ਹੀ ਪ੍ਰਕਾਰ ਰਾਸ ਲੀਲਾ ਕਰਨਗੇ, ਤਾਂ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਜਿਹੜਾ ਸੀ ਉਹ ਰਾਸ ਲੀਲਾ ਹੋ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਸਮੁੱਚੇ ਲੁਕਾਈ ਦੇ ਵਿੱਚ ਜਿੱਥੋਂ ਤੱਕ ਵੀ ਇਸ ਧਰਮ ਦਾ ਪ੍ਰਚਾਰ ਹੋਇਆ ਨਾ, ਲੁਕਾਈ ਨੇ ਮੰਨਣਾ ਕੀਤਾ। ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਥਾਂ ਥਾਂ ਤੇ ਰਾਸ ਲੀਲਾ ਹੋਣੀ ਆਰੰਭ ਹੋਈਆਂ। ਪਰ ਇਸ ਕਰਕੇ, ਇਸ ਢੰਗ ਦੇ ਨਾਲ, ਕਿਉਂਕਿ ਬਾਹਰ ਮੁਖੀ ਸੀ, ਰਾਸ ਲੀਲਾ ਪੈਂਦੀ ਨੂੰ ਕੋਈ ਵੇਖੇਗਾ ਤੇ ਫਿਰ ਹੈ ਨਾ, ਤਾਂ ਬਾਹਰ ਮੁਖੀ ਵੇਖਣਾ ਪਵੇਗਾ। ਤੇ ਬਾਹਰ ਮੁਖੀ ਧਨ ਦਿਸੇਗਾ, ਪਦਾਰਥ ਦਿਸਣਗੇ, ਜੀਵ ਦਿਸਣਗੇ, ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਉਸ ਵਾਸਤੇ ਮਨੁੱਖ ਦੀ ਨਜ਼ਰ ਤੇ ਮਨੁੱਖ ਦਾ ਨਜ਼ਰੀਆ ਅੰਤਰਮੁਖੀ ਹੋਣਾ ਚਾਹੀਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਕਿ ਭਾਈ ਇਹ ਫਿਰ ਮੁੱਖ ਉਸਦੇ ਕਾਰਜ ਸੀ ਅਵਤਾਰੀ ਪੁਰਸ਼ ਦੇ, ਸ਼੍ਰੀ ਕ੍ਰਿਸ਼ਨ ਜੀ ਦੇ। ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਨਾ, ਉਸੇ ਹੀ ਅਨੁਸਾਰ ਕਾਰਜ ਕਰਨੇ ਆਰੰਭ ਕਰ ਦਿੰਦੇ ਹਨ। ਹੁਣ ਚੌਥਾ ਵੇਦ ਸਮਝਾਉਣਾ ਕਰਦਾ ਸਮਾਂ ਵੀ ਬਦਲਿਆ ਕਿ ਕਲ ਮੈਂ ਵੇਦ ਅਥਰਬਨ ਹੂਆ, ਨਾਉ ਖੁਦਾਈ ਅਲਹੋ ਪਿਆ। ਜਿੱਥੇ ਪਹਿਲਾਂ ਤਿੰਨਾਂ ਯੁੱਗਾਂ ਦਾ, ਤਿੰਨ ਵੇਦਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਤੇ ਉਸ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੇ ਜਿਹੜੇ ਸਾਧਨ ਉਹ ਵੀ ਸਮਝਾਏ, ਨਾਲ ਨਾਲ ਜਿਹੜੇ ਪ੍ਰਮਾਤਮਾ ਦੇ ਨਾਮ ਸੀ ਉਹ ਵੀ ਬਦਲਦੇ ਗਏ। ਕਿਵੇਂ? ਜਿਵੇਂ ਪਹਿਲਾਂ ਬੇਨਤੀ ਕੀਤੀ ਨਾ ਕਿ ਅਸੀਂ ਪਰਮਾਤਮਾ ਵਰਗੇ ਨਹੀਂ, ਸਗੋਂ ਪਰਮਾਤਮਾ ਜੀ ਨੂੰ ਅਸੀਂ ਆਪਣੇ ਵਰਗਾ ਵੇਖਣਾ ਤੇ ਕਰਨਾ ਚਾਹੁੰਦੇ ਹਾਂ। ਪਰਮਾਤਮਾ ਸਾਡੇ ਅਨੁਸਾਰ ਚੱਲੇ, ਪਰਮਾਤਮਾ ਸਾਡੇ ਵਰਗਾ ਹੋਵੇ। ਅਸੀਂ ਇਸ ਪ੍ਰਕਾਰ ਦੀ ਵਿਚਾਰ ਰੱਖਦੇ ਨਾ ਕਿ ਇਹ ਸੋਚਦੇ ਹਾਂ ਕਿ ਭਾਈ ਅਸੀਂ ਖੁਦ ਪਰਮਾਤਮਾ ਵਰਗੇ ਹੋ ਜਾਈਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਵੇਂ ਗੁਰੂ ਦਾ ਜੀਵਨ ਹੈ, ਗੁਰੂ ਪਾਤਸ਼ਾਹ ਜੀ ਦਾ ਜੀਵਨ ਹੈ, ਜਿਸ ਪ੍ਰਕਾਰ ਪਰਮਾਤਮਾ ਜੀ ਹਨ, ਸੇਵਕ ਉਸ ਪ੍ਰਕਾਰ ਦਾ ਹੋਵੇ, ਨਾ ਕਿ ਆਪਣੇ ਵਰਗਾ ਪਰਮਾਤਮਾ ਨੂੰ ਸਮਝਦਾ ਹੋਵੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਬਦਲੇ, ਯੁੱਗ ਬਦਲੇ, ਵੇਦ ਬਦਲੇ, ਪਰਮਾਤਮਾ ਦੇ ਨਾਮ ਬਦਲੇ, ਕਿਉਂਕਿ ਵਿਚਾਰਧਾਰਾ ਬਦਲਦੀ ਜਾਂਦੀ ਸੀ। ਤੇ ਫਿਰ ਜੀ ਕਲਯੁੱਗ ਦਾ ਸਮਾਂ, ਤੇ ਇੱਥੇ ਜਿਹੜਾ ਵੇਦ ਸੀ ਉਹ ਅਥਰਬਨ ਸੀ, ਤੇ ਐੜੇ ਅੱਖਰ ਤੋਂ ਜਿਹੜਾ ਪਰਮਾਤਮਾ ਦਾ ਨਾਮ ਸੀ ਉਹ ਅੱਲਾ ਹੋ ਗਿਆ। ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਸਮੇਂ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਧਰਮ ਸੀ ਨਾ, ਇਸਲਾਮ ਮਤ ਸੀ, ਇਹ ਪ੍ਰਚਲਿਤ ਸੀ। ਤੇ ਲੋਕ ਜਿਹੜੇ ਸਨ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਅਧੀਨ ਸਨ, ਕਿਉਂਕਿ ਗੁਲਾਮ ਸਨ। ਤੇ ਗੁਲਾਮ ਦਾ ਧਰਮ ਤਾਂ ਰਾਜੇ ਦੇ ਅਨੁਸਾਰ ਹੋਵੇਗਾ। ਜਿਵੇਂ ਰਾਜਾ ਆਖਦਾ, ਧਰਮ ਦੀਆਂ ਕਿਰਿਆਵਾਂ ਵੀ ਉਸੇ ਪ੍ਰਕਾਰ ਮਨੁੱਖ ਕਰਨੀਆਂ ਆਰੰਭ ਕਰੇਗਾ। ਸਤਿਗੁਰੂ ਜੀ ਸਮਝਾਉਂਦੇ ਹਨ, ਵੇਦ ਜਿਹੜਾ ਸੀ ਉਹ ਅਥਰਬਨ ਹੋਆ, ਤੇ ਜਿਹੜਾ ਪਰਮਾਤਮਾ ਦਾ ਨਾਮ ਸੀ ਨਾ, ਉਹ ਫਿਰ ਅੱਲਾਹ ਕਰਕੇ, ਖੁਦਾ ਕਰਕੇ ਸਮੁੱਚੇ ਜਗਤ ਦੇ ਵਿੱਚ, ਸੰਸਾਰ ਦੇ ਵਿੱਚ, ਲੁਕਾਈ ਦੇ ਵਿੱਚ ਪ੍ਰਚਲਿਤ ਹੋਇਆ ਜੀ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਤਾਂ ਹੁਣ ਜਿਹੜੇ ਹਿੰਦੁਸਤਾਨ ਦੇ ਲੋਕ ਪਹਿਲਾਂ ਸਿਤੰਬਰ ਆਖਦੇ ਸੀ, ਕੋਈ ਰਾਮ ਆਖਦਾ ਸੀ, ਕੋਈ ਕ੍ਰਿਸ਼ਨ ਕਹਿ ਕੇ ਜਪਦਾ ਸੀ। ਜਦੋਂ ਗੁਲਾਮ ਹੋ ਗਏ, ਯੁੱਗ ਬਦਲ ਗਿਆ, ਪਰਮਾਤਮਾ ਦਾ ਨਾਮ ਵੀ ਬਦਲ ਗਿਆ, ਤਾਂ ਇਹਨਾਂ ਨੇ ਆਪਣਾ ਪਹਿਰਾਵਾ ਵੀ ਬਦਲ ਦਿੱਤਾ ਜੀ।
ਇਹ ਨੀਲੇ ਹਰੇ ਰੰਗ ਦੇ ਕੱਪੜੇ ਪਹਿਨਣ ਲੱਗ ਪਏ। ਤੇ ਫਿਰ ਜਿਹੜੇ ਤੁਰਕ ਪਠਾਨਾਂ ਦੇ ਕਾਰਜ ਸੀ ਨਾ, ਉਹਨਾਂ ਨੂੰ ਇਹ ਕਰਨ ਲੱਗ ਪਏ। ਉਹਨਾਂ ਦਾ ਰਾਜ ਹੋ ਗਿਆ ਤੇ ਉਹਨਾਂ ਦੀ ਗੁਲਾਮੀ ਕਰਕੇ ਇਹ ਫਿਰ ਨਿਯਮਾਂ ਦੇ ਅਨੁਸਾਰ ਵੀ ਉਹਨਾਂ ਵਰਗੇ ਹੁੰਦੇ ਗਏ ਜੀ। ਉਹਨਾਂ ਦੀ ਜਿਹੜੀ ਭਾਸ਼ਾ ਸੀ, ਭਾਖਿਆ ਸੀ, ਉਹ ਬੋਲਣੀ ਆਰੰਭ ਕਰ ਦਿੱਤੀ ਜੀ। ਵੈਸੇ ਆਪਣੇ ਆਪ ਨੂੰ ਇਹ ਸੂਰਮੇ ਜਾਂ ਅਲੱਗ-ਅਲੱਗ ਰੂਪ ਦੇ ਵਿੱਚ ਵੇਖਦੇ ਸਨ, ਪਰ ਜਿਹੜੀ ਭਾਸ਼ਾ ਵੀ ਬਦਲ ਦਿੱਤੀ, ਆਪਣੀ ਪਹਿਰਾਵਾ ਵੀ ਆਪਣਾ ਬਦਲ ਦਿੱਤਾ ਤੇ ਪ੍ਰਮਾਤਮਾ ਦਾ ਨਾਮ ਵੀ ਬਦਲ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਫਿਰ ਆਖਿਆ ਕਿ ਭਾਈ ਚਾਰੇ ਵੇਦ ਹੋਏ ਸਚਿਆਰ। ਮਤਾਂ ਕੋਈ ਆਖੇ ਕਿ ਕੋਈ ਇੱਕ ਵੇਦ ਚੰਗਾ ਜਾਂ ਇਹ ਵੇਦ ਚੰਗੇ ਨਹੀਂ, ਅਵਤਾਰੀ ਪੁਰਸ਼ ਸੁਚੱਜੇ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸਭ ਤੋਂ ਵੱਡੀ ਖੂਬੀ ਖਾਸੀਅਤ ਹੈ ਕਿ ਇੱਥੇ ਸਤਿਗੁਰੂ ਜੀ ਨੇ ਸਿੱਖਿਆ ਇਹ ਦਿੱਤੀ ਹੈ ਕਿ ਭਾਈ ਸਾਰੇ ਹੀ ਚੰਗੇ ਹਨ, ਕੋਈ ਵੀ ਮਾੜਾ ਨਹੀਂ ਹੈ। ਖਾਮੀਆਂ ਆਪਣੇ ਅੰਦਰ ਦੀਆਂ ਲੱਭੀਏ, ਦੂਸਰਿਆਂ ਦੀਆਂ ਨਾ ਲੱਭੀਏ ਜੀ। ਆਮ ਅਸੀਂ ਜੀਵਨ ਦੇ ਵਿੱਚ ਵੇਖ ਸਕਦੇ ਹਾਂ, ਦੋ ਮਿੱਤਰ ਹਨ ਤੇ ਇੱਕ ਦੂਜੇ ਪ੍ਰਤੀ ਉਹਨਾਂ ਦੀ ਵਿਚਾਰਧਾਰਾ ਬੜੀ ਚੰਗੀ ਹੋਵੇਗੀ। ਕਦੇ ਵੀ ਆਪਣੇ ਮਿੱਤਰ ਦੇ ਵਿੱਚ ਸਾਨੂੰ ਕੋਈ ਵੀ ਖਾਮੀ ਦਿਖਾਈ ਨਹੀਂ ਦੇਵੇਗੀ, ਉਸ ਦਾ ਔਗਣ ਦਿਖਾਈ ਨਹੀਂ ਦੇਵੇਗਾ। ਪਰ ਕਿਸੇ ਕਾਰਨ ਮੰਨ ਲਓ ਦੋਨਾਂ ਦੇ ਵਿੱਚ ਦੋਸਤੀ ਖਤਮ ਹੋ ਗਈ ਤੇ ਨਿਰੇ ਔਗਣ ਹੀ ਦਿਖਾਈ ਦੇਣੇ ਆਰੰਭ ਹੋਵਣਗੇ, ਗੁਣ ਕੋਈ ਦਿਖਾਈ ਹੀ ਨਹੀਂ ਦੇਵੇਗਾ, ਕਿਉਂਕਿ ਮਿੱਤਰਤਾ ਨਹੀਂ ਹੈ। ਹੁਣ ਵਿਰੋਧ ਭਾਵਨਾ ਪੈਦਾ ਹੋ ਚੁੱਕੀ ਹੈ। ਪਹਿਲਾਂ ਸਾਰੇ ਗੁਣ ਦਿਖਾਈ ਦਿੰਦੇ ਸੀ ਕਿਉਂਕਿ ਮਿੱਤਰਤਾ ਸੀ, ਆਪਣਾਪਨ ਸੀ, ਤੇ ਹੁਣ ਔਗਣ ਹੀ ਦਿਖਾਈ ਦਿੰਦੇ ਹਨ ਕਿਉਂਕਿ ਮਿੱਤਰਤਾ ਖਤਮ ਹੋ ਗਈ, ਆਪਣਾਪਨ ਖਤਮ ਹੋ ਚੁੱਕਾ। ਤਾਂ ਆਪਣੇਪਨ ਦੇ ਵਿੱਚ ਗੁਣ ਹਨ, ਜਿਹੜਾ ਸਾਡਾ ਸੁਭਾਅ ਹੈ, ਤੇ ਜਿਹੜਾ ਪਰਾਇਆਪਨ ਹੈ ਨਾ, ਵਿਰੋਧ ਭਾਵਨਾ ਹੈ, ਉੱਥੇ ਨਿਰੇ ਔਗਣ ਹੀ ਔਗਣ ਹਨ। ਸਾਨੂੰ ਆਪਣੇ ਵਿਰੋਧੀ ਦੇ ਗੁਣ ਕਦੇ ਨਹੀਂ ਦਿਖਾਈ ਦਿੰਦੇ ਹਨ। ਪਰ ਹਮੇਸ਼ਾ ਖਿਆਲ ਰੱਖਿਆ ਜਾਵੇ ਕਿ ਭਾਵੇਂ ਕੋਈ ਵੀ ਹੋਵੇ, ਪਹਿਲੀ ਗੱਲ ਤਾਂ ਕਿਸੇ ਦੇ ਨਾਲ ਵੀ ਵਿਰੋਧਤਾ ਨਹੀਂ ਹੋਣੀ ਚਾਹੀਦੀ। ਗੁਰੂ ਦਸ਼ਮੇਸ਼ ਪਿਤਾ ਜੀ ਦੇ ਜਿਹੜੇ ਪਾਵਨ ਹੁਕਮਨਾਮੇ ਹਨ, ਉਹਨਾਂ ਦੇ ਸਾਨੂੰ ਇੱਕ ਸਿੱਖਿਆ ਪ੍ਰਾਪਤ ਹੁੰਦੀ, ਜੇਕਰ ਅਸੀਂ ਕਿਤੇ ਉਹਨਾਂ ਨੂੰ ਪੜ੍ਹਿਆ ਹੋਵੇ, ਵਿਚਾਰਿਆ ਹੋਵੇ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਹਿਲੀ ਗੱਲ ਤਾਂ ਸਿੱਖ ਦੀ ਕਿਸੇ ਨਾਲ ਵੀ ਕੋਈ ਵਿਰੋਧਤਾ ਨਾ ਹੋਵੇ, ਤੇ ਜੇਕਰ ਮਨ ਮੁਟਾਵ ਹੈ ਨਾ ਤਾਂ ਰਹਿਰਾਸ ਸਾਹਿਬ ਜੀ ਦੇ ਪਾਠ ਤੱਕ ਹੋਵੇ। ਫਿਰ ਸੂਰਜ ਅਸਤ ਰਹਿਰਾਸ ਸਾਹਿਬ ਜੀ ਦਾ ਪਾਠ ਹੋ ਗਿਆ, ਤੇ ਫਿਰ ਜਿਹੜੀ ਉਹ ਵਿਰੋਧ ਭਾਵਨਾ ਸੀ ਉਹ ਵੀ ਖਤਮ ਹੋਵੇ। ਨਵੇਂ ਦਿਨ ਦੇ ਨਾਲ ਨਵੀਂ ਵਿਚਾਰ ਆਵੇ, ਨਾ ਕਿ ਪਹਿਲੀ ਜਿਹੜੀ ਮਾੜੀ ਵਿਚਾਰ ਸੀ, ਵਿਰੋਧ ਵਾਲੀ ਬੁੱਸਿਆ ਹੋਇਆ ਪਾਣੀ, ਉਸ ਨੂੰ ਹੀ ਲੈ ਕੇ ਅਸੀਂ ਅੱਗੇ ਚੱਲਦੇ ਹੋਈਏ। ਪਰ ਅਸੀਂ ਕਿਉਂਕਿ ਪੜ੍ਹਿਆ ਨਹੀਂ ਨਾ, ਅਕਸਰ ਬੇਨਤੀ ਕੀਤੀ ਜਾਂਦੀ, ਤਾਂ ਅਸੀਂ ਬੜਾ ਵਿਰੋਧ ਦੂਜਿਆਂ ਪ੍ਰਤੀ ਮਨ ਦੇ ਵਿੱਚ ਰੱਖ ਕੇ ਚੱਲਦੇ ਜਾਂਦੇ ਹਾਂ। ਇੱਕ ਗੱਲ ਦਾ ਖਿਆਲ ਕਰਿਓ, ਪਾਣੀ ਦਾ ਗਲਾਸ ਭਾਵੇਂ ਅੱਧਾ ਭਰਿਆ ਲੈ ਲਓ, ਥੋੜਾ ਜਿਹਾ ਭਰਿਆ ਲੈ ਲਓ, ਹੱਥ ਵਿੱਚ ਫੜ ਕੇ ਬਾਂਹ ਸਿੱਧੀ ਰੱਖ ਕੇ ਖਲੋਣ ਦਾ ਯਤਨ ਕਰਿਓ। ਜਿਉਂ-ਜਿਉਂ ਸਮਾਂ ਬਤੀਤ ਹੁੰਦਾ ਜਾਵੇਗਾ, ਹੱਥ ਦੀਆਂ ਨਾੜੀਆਂ ਸੁੰਨ ਹੁੰਦੀਆਂ ਜਾਵਣਗੀਆਂ, ਤੇ ਕੁਝ ਸਮਿਆਂ ਬਾਅਦ, ਕੁਝ ਘੰਟਿਆਂ ਤੋਂ ਉਪਰੰਤ ਸਮਾਂ ਬਤੀਤ ਹੁੰਦਾ ਨਾ, ਤੇ ਜਿਹੜਾ ਪੂਰਾ ਉਹ ਪਾਸਾ ਨਾ ਸਰੀਰ ਦਾ ਉਹ ਸੁੰਨ ਹੋ ਜਾਵੇਗਾ। ਤੇ ਇਹ ਵੀ ਕਾਰਜ ਹੋ ਸਕਦਾ ਨਿਰੰਤਰ ਗਲਾਸ ਫੜ ਕੇ ਖਲੋਣ ਦੇ ਨਾਲ, ਜਿਹੜਾ ਪੂਰੇ ਦਾ ਪੂਰਾ ਪਾਸਾ ਹੈ ਉਹ ਹੀ ਖਲੋ ਜਾਵੇ। ਤੇ ਜੇਕਰ ਪਾਣੀ ਦੇ ਗਲਾਸ ਨੂੰ ਆਪਣੇ ਕੋਲ ਰੱਖਣ ਦੇ ਨਾਲ ਸਰੀਰ ਨੂੰ ਇੰਨੀ ਮੁਸ਼ਕਲ ਆ ਰਹੀ, ਤੇ ਜੇਕਰ ਮਨ ਦੇ ਵਿੱਚ ਦੂਜਿਆਂ ਪ੍ਰਤੀ ਮਾੜੇ ਵਿਚਾਰ ਰੱਖ ਕੇ ਬੈਠੇ ਹਾਂ, ਤੇ ਮਨ ਨੂੰ ਤਾਂ ਕਦੋਂ ਦਾ ਫਿਰ ਜਿਹੜਾ ਪਾਸੇ ਦਾ ਨੁਕਸ ਪਿਆ ਹੋਵੇਗਾ। ਮਨ ਤਾਂ ਸਾਬਤ ਰਹਿ ਹੀ ਨਹੀਂ ਗਿਆ ਹੋਵੇਗਾ, ਕਿਉਂਕਿ ਅਸੀਂ ਕਦੇ ਵੀ ਆਪਣੇ ਕੱਪੜਿਆਂ ਦੇ ਉੱਪਰ ਗੰਦਗੀ ਆਦਿਕ, ਕੋਈ ਦਾਗ ਆਦਿਕ ਨਹੀਂ ਰੱਖਦੇ, ਤੇ ਮਨ ਦੇ ਵਿੱਚ ਕਿਉਂ ਅਸੀਂ ਗੰਦਗੀ ਰੱਖ ਕੇ ਬੈਠੇ ਹਾਂ। ਸਤਿਗੁਰੂ ਜੀ ਸਮਝਾ ਰਹੇ, ਸਾਰੇ ਦੇ ਸਾਰੇ ਵੇਦ ਸਚਿਆਰ ਹਨ, ਕਿਉਂਕਿ ਅਸੀਂ ਮੰਨੇ ਨਾ, ਪੜ੍ਹੇ ਨਾ। ਆਖ ਦਿੱਤਾ ਇਹ ਸਾਡਾ ਧਰਮ ਨਹੀਂ, ਸਾਡੇ ਧਰਮ ਗ੍ਰੰਥ ਨਹੀਂ, ਤੇ ਅਸੀਂ ਬਿਨਾਂ ਸੋਚਿਆਂ, ਬਿਨਾਂ ਪੜ੍ਹਿਆ ਹੀ ਕਈ ਵਾਰ ਉਹਨਾਂ ਦੀ ਵਿਰੋਧਤਾ ਕਰ ਜਾਂਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਨੇ ਇਸਲਾਮ ਮਤ ਨੂੰ ਜਾਣਿਆ, ਹਿੰਦੂ ਮਤ ਨੂੰ ਜਾਣਨਾ ਕੀਤਾ, ਸਨਾਤਨ ਮਤ ਨੂੰ ਜਾਣਿਆ, ਬੁੱਧ ਮਤ, ਜੈਨ ਮਤ, ਸਾਰਿਆਂ ਦੇ ਵਿੱਚ ਵਿਚਰੇ।
ਤਾਂ ਉਹ ਤਾਂ ਇਹ ਗੱਲ ਸਮਝਾ ਰਹੇ ਕਿ ਚਾਰੇ ਵੇਦ ਹੋਏ ਸਚਿਆਰ। ਚਾਰੇ ਦੇ ਚਾਰੇ ਜਿਹੜੇ ਵੇਦ ਹਨ ਉਹ ਸੱਚ ਹਨ। ਮਾਲਕ ਦੇ ਨਾਮ ਵੱਖਰੇ ਵੱਖਰੇ, ਹਰੇਕ ਸਮੇਂ ਦੇ ਵਿੱਚ ਇਹ ਖਿਆਲ ਬਣਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਚਾਰੇ ਵੇਦ ਸੱਚੇ ਹੋ ਗਏ, ਚਾਰੇ ਹੀ ਵੇਦ ਚੰਗੇ ਹਨ। ਕਿਉਂਕਿ ਸਤਿਗੁਰੂ ਜੀ ਨੇ ਸਮਝਾਇਆ ਨਾ ਕਿ ਸਾਂਝ ਕਰੀਚ ਹੈ ਗੁਣ ਹੰਕੇਰੀ, ਛੋੜੇ ਅਵਗੁਣ ਚੱਲੀਏ, ਗੁਣਾਂ ਦੀ ਪ੍ਰਾਪਤੀ ਕਰਦੇ ਜਾਲੋ। ਤਾਂ ਚਾਰੇ ਵੇਦ ਹੋਏ ਸਚਿਆਰ। ਸਤਿਗੁਰੂ ਜੀ ਨੇ ਨਿਬੇੜਾ ਕਰ ਦਿੱਤਾ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਜਿਹੜਾ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦਾ ਹੈ, ਵਿਚਾਰਦਾ ਹੈ, ਆਪੋ ਆਪਣੇ ਸਮੇਂ ਦੇ ਵਿੱਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਦੇ ਨਾਲ ਧਰਮ ਪੁਸਤਕਾਂ, ਧਰਮ ਗ੍ਰੰਥਾਂ ਨੂੰ ਪੜ੍ਹਦੇ ਰਹੇ, ਵਿਚਰਦੇ ਰਹੇ, ਉਹ ਹੋਏ ਵੀ ਚੰਗੀਆਂ ਜੁਗਤੀਆਂ ਭਾਰ। ਚਾਰ ਵਿਚਾਰ ਚੰਗੀਆਂ ਦਲੀਲਾਂ ਵਾਲੇ, ਚੰਗੇ ਜੀਵਨ ਵਾਲੇ, ਚੰਗੀ ਵਿਚਾਰਧਾਰਾ ਵਾਲੇ ਹੋ ਗਏ, ਕਿਉਂਕਿ ਉਹਨਾਂ ਨੇ ਪੜ੍ਹਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਪੜ੍ਹਨਾ ਜ਼ਰੂਰੀ ਹੈ, ਪਰ ਪੜ੍ਹਨ ਦੇ ਨਾਲ ਇੱਕ ਕਾਰਜ ਜ਼ਰੂਰ ਹੋ ਜਾਵੇ ਕਿ ਜੋ ਪੜ੍ਹਦੇ ਪਏ ਨਾ ਉਹ ਅੰਦਰ ਜ਼ਰੂਰ ਵਸਦਾ ਜਾਵੇ, ਉਸ ਦੇ ਉੱਪਰ ਅਸੀਂ ਜ਼ਰੂਰ ਅਸਰ ਕਰਦੇ ਹੋਈਏ। ਅੱਜ ਇਸ ਪਾਵਨ ਸਥਾਨ ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਹੁਕਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਵੀ ਸਾਨੂੰ ਇਹ ਸਿੱਖਿਆ ਦੇ ਰਿਹਾ ਹੈ ਕਿ ਭਾਈ ਪੜ੍ਹਦੇ ਹਾਂ ਪਰ ਪੜ੍ਹਨ ਦੇ ਨਾਲ ਅਸਰ ਹੋਣਾ ਚਾਹੀਦਾ ਹੈ। ਤੇ ਜੇਕਰ ਪਾਠ ਪੜ੍ਹਨ ਦੇ ਨਾਲ, ਵੇਦਾਂ ਦੀ ਵਿਚਾਰ ਕਰਨ ਦੇ ਨਾਲ ਹੰਕਾਰ ਜਾਂ ਵਿਕਾਰ ਖਤਮ ਨਾ ਹੋਏ ਤੇ ਫਿਰ ਉਹਨਾਂ ਕਾਰਜਾਂ ਨੂੰ ਕਰਨ ਦਾ ਲਾਭ ਨਹੀਂ ਹੈ। ਧਰਮ ਗ੍ਰੰਥ ਨੂੰ ਪੜ੍ਹਨ ਦੇ ਨਾਲ ਤਾਂ ਇਹੋ ਲਾਭ ਕਿ ਜੀਵਨ ਦੀ ਵਿਚਾਰਧਾਰਾ ਬਦਲ ਜਾਵੇ। ਪਰ ਜੇਕਰ ਰੋਜ਼-ਰੋਜ਼ ਪੜ੍ਹਦੇ ਗਏ, ਉਹਨਾਂ ਦਾ ਪਾਠ ਵੀ ਕਰਦੇ ਗਏ, ਜਾਪ ਵੀ ਕਰਦੇ ਗਏ, ਵਿਚਾਰਦੇ ਵੀ ਗਏ, ਪਰ ਜੇਕਰ ਉਸ ਨੂੰ ਪੜ੍ਹਨ ਜਾਪ ਕਰਨ ਦੇ ਨਾਲ, ਵਿਚਾਰਨ ਦੇ ਨਾਲ ਅੰਦਰ ਸਫਾਈ ਹੀ ਨਾ ਹੋਈ, ਅੰਦਰ ਦੀ ਮੈਲ ਗਈ ਹੀ ਨਾ, ਅੰਦਰ ਦੇ ਵਿਕਾਰ ਸਾਡੇ ਖਤਮ ਹੀ ਨਾ ਹੋਏ, ਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਵੇਦ ਹਨ ਜਾਂ ਧਾਰਮਿਕ ਗ੍ਰੰਥਾਂ ਨੇ ਝੂਠੇ ਹਨ, ਸੁਚੱਜੇ ਨਹੀਂ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਭਗਤ ਜੀ ਸਾਨੂੰ ਸਮਝਾ ਰਹੇ ਹਨ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਿਸੇ ਨੂੰ ਭਾਵੇਂ ਉਹ ਧਾਰਮਿਕ ਗ੍ਰੰਥ ਇਸਲਾਮ ਮਤ ਦੇ ਹਨ, ਸਨਾਤਨ ਮਤ ਦੇ ਹਨ, ਝੂਠਾ ਨਾ ਕਹੋ। ਝੂਠਾ ਉਹ ਹੈ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ ਤੇ ਆਪਣੀ ਮਰਜ਼ੀ ਦੇ ਨਾਲ ਅਰਥ ਕਰਦਾ। ਹੁਣ ਮੰਨ ਲਓ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਦੇ ਅਰਥ ਜੇਕਰ ਇੱਕ ਸਮੂਹ ਵਾਸਤੇ ਤਾਂ ਹੋਵਨ, ਉਹਨਾਂ ਦੀ ਵਡਿਆਈ ਹੋਵਨ ਜਾਂ ਉਹਨਾਂ ਨੂੰ ਹੀ ਸੰਬੋਧਨ ਹੁੰਦਾ ਜਾਂਦਾ ਹੋਵੇ, ਬਾਕੀ ਲੁਕਾਈ ਵਾਸਤੇ ਨਾ ਅਰਥ ਹੋਵਨ ਜਾਂ ਬਾਕੀ ਲੁਕਾਈ ਨੂੰ ਛੁਟਿਆਇਆ ਗਿਆ ਹੋਵੇ, ਤਾਂ ਉਹ ਮਨੁੱਖ ਦੀ ਨਿੱਜੀ ਵਿਚਾਰਧਾਰਾ ਹੋਵੇਗੀ। ਜਿਹੜਾ ਅਰਥ ਕਰਦਾ ਪਿਆ ਗੁਰਬਾਣੀ ਦੇ ਅਰਥ ਉਸ ਨਹੀਂ ਹੋਵਣਗੇ, ਉਹ ਮਨੁੱਖ ਦੀ ਆਪਣੀ ਵਿਚਾਰ ਹੋਵੇਗੀ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਸਮਝਾਇਆ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਤਾਂ ਚਵਾਂ ਵਰਨਾ ਵਾਸਤੇ ਸਾਂਝਾ ਉਪਦੇਸ਼ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਕਿਸੇ ਇੱਕ ਵਾਸਤੇ ਨਹੀਂ, ਸਾਰਿਆਂ ਵਾਸਤੇ ਹੈ। ਜਿਹੜਾ ਪੜ੍ਹੇਗਾ, ਜਿਹੜਾ ਵਿਚਾਰ ਨੂੰ ਅੰਦਰ ਵਸਾ ਲਵੇਗਾ, ਉਸ ਦਾ ਜੀਵਨ ਬਦਲ ਜਾਵੇਗਾ। ਸਤਿਗੁਰੂ ਜੀ ਸਮਝਾਉਂਦੇ ਹਨ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਵਿਚਾਰ ਕਰ ਲਵੇਗਾ, ਹਿਰਦੇ ਵਿੱਚ ਵਸਾ ਲਵੇਗਾ, ਜੀਵਨ ਉਸ ਵਿਚਾਰ ਦੇ ਅਨੁਸਾਰ ਚਲਾਵੇਗਾ, ਉਸ ਦਾ ਉਧਾਰ ਹੋਵੇਗਾ। ਤਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਪੜ੍ਹਨ ਵਾਲਾ, ਗੁਣਨ ਵਾਲਾ, ਉਸ ਦੇ ਅੰਦਰ ਚੰਗੀਆਂ ਵਿਚਾਰਾਂ ਆਵਣਗੀਆਂ। ਭਾਉ ਭਗਤ ਕਰ ਨੀਚ ਸਦਾਏ। ਸਤਿਗੁਰੂ ਜੀ ਨੇ ਸਮਝਾਇਆ ਕਿ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਜੋ ਨੀਚ ਨੀਵਾਂ ਸਦਵਾਵੇਗਾ ਨਾ, ਤਾਂ ਉਹ ਨਾਨਕ ਮੁਖ ਅੰਤਰ ਪਾਏ। ਫਿਰ ਉਸੇ ਨੂੰ ਹੀ ਜਿਹੜੀ ਮੁਕਤੀ ਹੈ ਉਹ ਪ੍ਰਾਪਤ ਹੋਵੇਗੀ, ਕਿਉਂਕਿ ਆਪਣੇ ਅੰਦਰੋਂ ਉਸ ਨੇ ਹੰਕਾਰ ਗਵਾ ਲਿਆ। ਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਜੋ ਅੱਜ ਦਾ ਹੁਕਮਨਾਮਾ ਵੀ ਹੈ, ਸਤਿਗੁਰੂ ਜੀ ਨੇ ਸਮਝਾਇਆ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਨ ਨ ਜਾਈ,
ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਹਾਰ ਕੇ ਸੁਆਮੀ ਦੇ ਦਰ ਤੇ ਆਇਆ ਕਿ ਹੇ ਮਾਲਕ ਜੀ, ਵਿਵੇਕ ਬੁੱਧ ਜਿਹੜੀ ਹੈ ਨਾ ਉਹ ਬਖਸ਼ਿਸ਼ ਕਰੋ, ਤਾਂ ਕਿ ਵਾਕਿਆ ਹੀ ਪੜ੍ਹ ਸਕਦੇ ਹੋਈਏ, ਉਸ ਵਿਚਾਰ ਨੂੰ ਜੀਵਨ ਦੇ ਵਿੱਚ ਧਾਰਨ ਕਰ ਸਕਦੇ ਹੋਈਏ, ਅੰਦਰੋਂ ਹੰਕਾਰ ਨੂੰ ਦੂਰ ਕਰੀਏ, ਆਪਣੇ ਆਪ ਨੂੰ ਨੀਵਾਂ ਅਖਵਾਈਏ, ਤੇ ਫਿਰ ਮਾਲਕ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਪੌੜੀ ਦੇ ਵਿੱਚ ਸਤਿਗੁਰੂ ਜੀ ਸਮਝਾ ਰਹੇ, ਸਤਿਗੁਰ ਵਿਟਹੁ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਮਾਲਕ ਜੀ ਨੇ ਬਖਸ਼ਿਸ਼ ਕੀਤੀ। ਮੈਂ ਆਪਣੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਮਿਲਣ ਦੇ ਨਾਲ ਮਾਲਕ ਜੀ ਦੀ ਯਾਦ ਆਉਂਦੀ ਹੈ। ਗੁਰੂ ਤੋਂ ਕੁਰਬਾਨ ਜਾਂਦਾ, ਜਿਨ੍ਹਾਂ ਨੂੰ ਮਿਲਣ ਸਦਕਾ, ਜਿਨ੍ਹਾਂ ਦੀ ਪਾਵਨ ਬਾਣੀ ਦਾ ਜਾਪ ਕਰਨ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਜਾਵੇ ਜੀ। ਚੰਗਿਆਂ ਦੀ ਪ੍ਰਾਪਤੀ ਵਾਸਤੇ ਹਰ ਵੇਲੇ ਅਸੀਂ ਅਰਦਾਸ ਦੇ ਵਿੱਚ ਸ਼ਬਦ ਕਹਿੰਦੇ ਹਾਂ ਕਿ ਸਈ ਪਿਆਰੇ ਮੇਲ, ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿਤ ਆਵੇ। ਮਾਲਕ ਜੀ, ਉਹਨਾਂ ਦਾ ਮਿਲਾਪ ਕਰਾ, ਐਸਿਆਂ ਦਾ ਸੰਗ ਕਰਾ, ਜਿਨ੍ਹਾਂ ਨੂੰ ਮਿਲਣ ਦੇ ਨਾਲ ਸਤਿਗੁਰੂ ਜੀ ਪਰਮਾਤਮਾ ਜੀ ਤੁਹਾਡਾ ਨਾਮ ਚਿਤ ਆਵੇ ਜੀ। ਤੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ, ਜਿਨ੍ਹਾਂ ਨੂੰ ਮਿਲਣ ਸਦਕਾ ਪਰਮਾਤਮਾ ਦਾ ਨਾਮ ਚੇਤੇ ਆਉਂਦਾ, ਮਾਲਕ ਜੀ ਨੂੰ ਯਾਦ ਕੀਤਾ ਜਾਂਦਾ ਜੀ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਏਨੀ ਨੇਤਰੀ ਜਗਤ ਨਿਹਾਲਿਆ। ਜਿਨ੍ਹਾਂ ਨੇ ਕਿਰਪਾ ਕੀਤੀ ਜੀ, ਰਹਿਮਤ ਕੀਤੀ, ਸਿੱਖਿਆ ਦੇ ਕੇ ਗਿਆਨ ਦਾ ਸੁਰਮਾ ਦਿੱਤਾ, ਤੇ ਜਿਸ ਦੇ ਨਾਲ ਜਿਹੜੀ ਅੱਖਾਂ ਦੀ ਧੁੰਦ ਸੀ ਨਾ, ਮੈਲ ਸੀ, ਉਹ ਸਾਰੀ ਦੀ ਸਾਰੀ ਖਤਮ ਹੋਈ, ਤੇ ਸਮੁੱਚੇ ਜਗਤ ਦੀ ਜਿਹੜੀ ਅਸਲੀਅਤ ਸੀ ਨਾ, ਉਸ ਨੂੰ ਵੇਖਣਾ ਪ੍ਰਾਪਤ ਹੋਇਆ, ਅਸਲੀਅਤ ਨੂੰ ਜਾਣ ਸਕੇ। ਸਤਿਗੁਰੂ ਜੀ ਸਮਝਾਉਂਦੇ ਹਨ, ਖਸਮ ਛੋੜ ਦੂਜੇ ਲੱਗੇ, ਡੂਬੇ ਸੇਵ ਨਜ਼ਾਰਿਆ। ਜਿਹੜੇ ਮਾਲਕ ਜੀ ਨੂੰ, ਖਸਮ ਨੂੰ ਵਿਸਾਰ ਕੇ ਕਿਸੇ ਹੋਰ ਥਾਂ ਤੇ ਚਿੱਤ ਜੋੜਦੇ ਹਨ, ਸਤਿਗੁਰੂ ਜੀ ਆਖਦੇ ਹਨ ਕਿ ਐਸੇ ਜਿਹੜੇ ਵਣਜਾਰੇ ਹਨ, ਇਹ ਫਿਰ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਂਦੇ ਹਨ। ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨੇ ਵਿਚਾਰਿਆ। ਇਸ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਹਾਜ਼ ਦੀ ਨਿਆਈ ਹਨ, ਪਰ ਕਿਸੇ ਵਿਰਲੇ ਮਨੁੱਖ ਨੇ ਹੀ ਇਸ ਗੱਲ ਨੂੰ ਸਮਝਿਆ ਹੈ। ਮਾਲਕ ਜੀ ਬਖਸ਼ਿਸ਼ ਕਰਦੇ ਹਨ, ਕਰ ਕਿਰਪਾ ਪਾਰ ਉਤਾਰਿਆ। ਤੇ ਮਾਲਕ ਜੀ ਨੇ ਰਹਿਮਤ ਕੀਤੀ, ਮਿਹਰ ਕੀਤੀ, ਜਿਸ ਦੇ ਉੱਪਰ ਉਹ ਕਿਰਪਾ ਕਰ ਦਿੰਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਤੇ ਉਸੇ ਨੂੰ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਕਰਾ ਦਿੰਦੇ ਹਨ। ਪਰ ਆਰੰਭਤਾ ਕਿੱਥੋਂ ਹੋਵੇਗੀ? ਮਾਲਕ ਦੇ ਨਾਮ ਜਪਣ ਤੋਂ ਤੇ ਆਪਣੇ ਆਪ ਨੂੰ ਨੀਵਾਂ ਖਵਾਉਣ ਦੇ ਨਾਲ। ਸਾਡਾ ਸੁਭਾਅ ਅਲੱਗ ਹੋ ਗਿਆ, ਅਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਹਾਂ। ਇਹ ਆਮ ਜੀ ਸਾਡੀ ਸਾਰਿਆਂ ਦੀ ਇੱਕ ਵੱਡੀ ਗਿਣਤੀ ਦੇ ਵਿੱਚ ਵਿਚਾਰ ਹੈ ਕਿ ਸਾਨੂੰ ਪਰਾਇਆ ਧਨ ਤੇ ਆਪਣੀ ਅਕਲ ਹਮੇਸ਼ਾ ਹੀ ਵਧੇਰੇ ਲੱਗਦੀ ਹੈ। ਅਸੀਂ ਸਾਰਿਆਂ ਨੂੰ ਹੀ ਨੀਵੇਂ, ਮਾੜੇ ਜਾਂ ਘੱਟ ਅਕਲ ਮੰਨਦੇ ਹਾਂ, ਤੇ ਆਪਣੇ ਆਪ ਨੂੰ ਵੱਡੇ ਤੇ ਬਹੁਤੀ ਸਮਝ ਵਾਲੇ ਮੰਨਦੇ ਹਾਂ। ਤੇ ਜਦ ਕਿ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ ਬੁਰਾ ਨਹੀਂ, ਤੇ ਅਸੀਂ ਸਾਰਿਆਂ ਨੂੰ ਬੁਰਾ ਮੰਨਦੇ, ਸਿਰਫ ਮੈਂ ਹੀ ਚੰਗਾ ਹਾਂ, ਹੋਰ ਤਾਂ ਕੋਈ ਚੰਗਾ ਹੈ ਹੀ ਨਹੀਂ। ਜਦੋਂ ਵਿਚਾਰ ਬਦਲ ਜਾਵਣਗੇ, ਵਿਚਾਰ ਧਾਰਾ ਬਦਲ ਜਾਵੇਗੀ, ਉਸ ਵੇਲੇ ਨਜ਼ਰ ਤੇ ਨਜ਼ਰੀਆ ਵੀ ਬਦਲ ਜਾਵੇਗਾ। ਪਰਮਾਤਮਾ ਜੀ ਹੀ ਕਣ ਕਣ ਦੇ ਵਿੱਚੋਂ ਦਿਖਾਈ ਦੇਵਣਗੇ, ਤੇ ਫਿਰ ਮਾਲਕ ਦੀ ਕਿਰਪਾ ਦਾ ਮਨੁੱਖ ਪਾਤਰ ਬਣ ਜਾਵੇਗਾ। ਤੇ ਉਸ ਵੇਲੇ ਕਿਰਪਾ ਸਦਕਾ ਇਹ ਸੰਸਾਰ ਭਵਜਲ ਤੋਂ ਉਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਲੋੜ ਹੈ ਕਿ ਮਾਲਕ ਦੇ ਸ਼ਬਦ ਨੂੰ ਪੜ੍ਹੀਏ, ਗੁਰਬਾਣੀ ਨੂੰ ਪੜ੍ਹੀਏ, ਧਰਮ ਗ੍ਰੰਥਾਂ ਨੂੰ ਪੜ੍ਹੀਏ, ਤੇ ਉਹਨਾਂ ਨੂੰ ਵਿਚਾਰੀਏ ਵੀ, ਤੇ ਵਿਚਾਰ ਕੇ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਨ ਦਾ ਯਤਨ ਕਰੀਏ ਜੀ। ਤਾਂ ਹੀ ਸੰਸਾਰ ਤੇ ਆਇਆ, ਇਸ ਮਨੁੱਖਾ ਦੇਹੀ ਦੇ ਵਿੱਚ ਆਇਆ, ਸਾਡਾ ਸਾਰਿਆਂ ਦਾ ਸਫਲਾ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਦਰੋਂ ਕਰੋ ਸਿੱਖੀ ਨਾਮਦਾਨ, ਭਰੋਸਾ ਦਾਨ ਬਖਸ਼ਿਸ਼ ਕਰਨ ਜੀ। ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ,
ਆਪਸੀ ਪਰਸਪਰ ਪਿਆਰ ਇਤਫਾਕ ਸਲੂਕ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਸੰਸਾਰ ਦੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਸਤਿਗੁਰੂ ਹੈ ਬੋਹਿਥਾ, ਵਿਰਲਹ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੁ ਸੱਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।